ਵੇਚਣ ਤੋਂ ਬਚਾਉਣ ਵਾਲੇ ਇਹ ਜਿਹੜੇ ਕਹਿੰਦੇ ਸੀ ਕਿ ਨਾ ਵਿਕੂੰਗਾ ਨਾ ਵਿਕਨੇ ਦੂੰਗਾ, ਔਰ ਅੱਜ ਬੋਲੀਆਂ ਲੱਗ ਰਹੀਆਂ ਨੇ, ਕਿਤੇ ਟਾਟਾ 에ਅਰਪੋਰਟ ਦੀਆਂ ਜਿਹੜੀਆਂ ਬੋਲੀਆਂ ਨੇ ਉਹ ਲੱਗ ਰਹੀਆਂ ਨੇ, ਔਰ ਕਿਤੇ ਕੁਝ ਹੋ ਰਿਹਾ। ਹੁਣ ਵਿਦੇਸ਼ੀ ਨਿਵੇਸ਼ ਜਿਹੜਾ ਹੈ ਟੈਲੀਕਾਮ ਸੈਕਟਰ ਦੇ ਵਿੱਚ 100% ਦੀ ਮਨਜ਼ੂਰੀ ਜਿਹੜੀ ਦੇ ਦਿੱਤੀ ਗਈ ਹੈ। ਕਮਲ ਜੀ ਦੇਖੋ, ਤੁਸੀਂ ਸ਼ੇਅਰ ਤਾਂ ਸ਼ੁਰੂਆਤੀ ਦੇ ਵਿੱਚ ਵਧੀਆ ਕਿਹਾ, ਜਿਹੜੀ ਇਹ ਭਾਸ਼ਾ ਹੈ ਅੱਜ ਦੇ ਹੁਕਮਰਾਨ ਆ ਜਿਹੜੇ ਦੇਸ਼ ਦੇ, ਇਹ ਬੋਲਦੇ ਰਹੇ ਨੇ, ਕਹਿੰਦੇ ਰਹੇ ਨੇ 2014 ਦੀਆਂ ਵੋਟਾਂ ਤੋਂ ਪਹਿਲਾਂ ਕਿ ਅਸੀਂ ਦੇਸ਼ ਨੂੰ ਬਚਾਵਾਂਗੇ। ਜੋ ਸੱਤੋਂ ਤੋਂ ਪਹਿਲਾਂ ਰਹੇ ਆ ਉਹਨਾਂ ਨੇ ਦੇਸ਼ ਨੂੰ ਲੁੱਟ ਲਿਆ, ਖਾ ਲਿਆ, ਭ੍ਰਿਸ਼ਟਾਚਾਰ ਕਰ ਲਿਆ, ਕਾਲਾ ਧਨ ਇਕੱਠਾ ਕਰ ਲਿਆ, ਬਹੁਤ ਕੁਝ ਕੀਤਾ ਗਿਆ, ਭਾਰਤ ਦੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕੀਤਾ ਗਿਆ। BSNL ਦਾ ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ, ਜੇ ਆਪਾਂ ਇਹ ਕਹਿ ਲਈਏ ਵੀ ਹਰ ਦੂਜੇ ਜਾਂ ਤੀਜੇ ਪਿੰਡ ਦੇ ਵਿੱਚ ਇਹਨਾਂ ਦੀ ਟੈਲੀਫੋਨ ਐਕਸਚੇਂਜ ਅਤੇ ਟਾਵਰ ਲੱਗਿਆ ਹੋਇਆ। ਕਿਹਾ ਜਾਂਦਾ ਕਿ ਜਿੱਥੇ ਸਾਰੇ ਟਾਵਰ ਜਵਾਬ ਦੇ ਦੇਣ, ਜਿੱਥੇ ਸਾਰੇ ਜਿਹੜੀਆਂ ਮੋਬਾਈਲ ਕੰਪਨੀਆਂ ਉਹਨਾਂ ਦੀ ਰੇਂਜ ਖਤਮ ਹੋ ਜਾਵੇ, ਉੱਥੇ BSNL ਦਾ ਫਿਰ ਵੀ ਕਹਿੰਦੇ ਥੋੜ੍ਹਾ ਜਿਹਾ ਡੰਡਾ ਮੋਬਾਈਲ 'ਚ ਦਿਖਦਾ ਰਹਿੰਦਾ। BSNL ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਾਰਿਆਂ ਨੇ ਤਬਾਹ ਕੀਤਾ। ਇਹਦੇ ਵਿੱਚ ਇਹਨਾਂ ਦੇ ਰੇਟ ਆ ਜਿਹੜੇ ਕਦੇ ਵਧਾ ਤੇ ਕਦੇ ਘੱਟ ਕਰਤੇ। ਦੂਜੇ ਪਾਸੇ ਪ੍ਰਾਈਵੇਟ ਕੰਪਨੀਆਂ, ਏਅਰਟੈਲ ਹੋਈ, ਰਿਲਾਇੰਸ ਹੋਇਆ, ਸਪਾਈਸ ਹੋਇਆ, ਹੋਰ ਕਿੰਨੀਆਂ ਕੰਪਨੀਆਂ ਜਿਹੜੀਆਂ, ਟਾਟਾ ਹੋਈ, ਸਾਰਿਆਂ ਨੂੰ ਆਉਣ ਵਾਸਤੇ ਖੁੱਲ੍ਹੇ ਹੱਥ ਛੱਡਿਆ ਗਿਆ, ਜਿਹਦੇ ਕਰਕੇ ਇਹ BSNL ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਇੱਕ ਸਾਜ਼ਿਸ਼ ਦੇ ਅਧੀਨ ਆ ਜਿਹੜਾ BSNL ਦਾ ਨੁਕਸਾਨ ਕੀਤਾ ਗਿਆ, ਭੱਠਾ ਬਿਠਾਇਆ ਗਿਆ। ਵੱਡੇ ਵੱਡੇ ਕਾਰਪੋਰੇਟ ਘਰਾਣੇ ਜਿਹੜੇ ਤੁਹਾਡੇ ਨੀਰਵ ਮੋਦੀ ਵਰਗੇ, ਹੋਰ ਜਿਹੜੇ ਸਾਰੇ ਲੁੱਟ ਕੇ ਬਾਹਰ ਜਾ ਕੇ ਸੈੱਟ ਹੋ ਜਾਣਗੇ, ਫਿਰ ਉਹਨਾਂ ਨੂੰ ਫੜਨਾ ਵੀ ਬਹੁਤ ਔਖਾ ਹੋ ਜਾਊਗਾ। ਇਸ ਕਰਕੇ ਜਿਹੜੇ ਦੇਸ਼ ਦੇ ਲੋਕ ਨੇ ਉਹਨਾਂ ਨੂੰ ਸੋਚਣ ਦੀ, ਸਮਝਣ ਦੀ ਜ਼ਰੂਰਤ ਆ, ਆਪਣੇ ਜਿਹੜੇ ਦਿਮਾਗ ਦੇ ਕਵਾੜ ਖੋਲ੍ਹਣ ਦੀ ਜ਼ਰੂਰਤ ਆ ਕਿ 2014 ਤੋਂ ਪਹਿਲਾਂ ਇਹ ਲੋਕ ਕੀ ਕਹਿੰਦੇ ਸੀਗੇ, ਅੱਜ ਕੀ ਕਹਿ ਰਹੇ ਨੇ। ਹਾਲਾਂਕਿ ਸੋਸ਼ਲ ਮੀਡੀਆ ਪਰ ਪੈਰਲਰ ਵੀਡੀਓ ਚੱਲ ਰਹੀਆਂ, ਪੁਰਾਣੀਆਂ ਵੀ ਚੱਲਦੀਆਂ, ਹੁਣ ਵੀ ਚੱਲਦੀਆਂ, ਪਰ ਜਦੋਂ ਵੋਟਾਂ ਦਾ ਸਮਾਂ ਆਉਂਦਾ, ਵੋਟ ਪਾਉਣ ਦਾ ਸਮਾਂ ਆਉਂਦਾ, ਤੁਹਾਡੇ ਹੱਥ ਫੈਸਲਾ ਆਉਂਦਾ, ਉਦੋਂ ਤੁਹਾਨੂੰ ਸਹੀ ਫੈਸਲਾ ਲੈਣ ਦੀ ਜ਼ਰੂਰਤ ਆ। ਨਹੀਂ ਤਾਂ ਇੱਕ ਦਿਨ ਉਹ ਹੋਇਆ, ਫਿਰ ਆਪਾਂ ਜਿਹੜੀ ਕਹਾਵਤ ਆ, ਅਬ ਪਛਤਾਇਆ ਕਿਆ ਹੁਆ ਜਬ ਚਿੜੀਆਂ ਚੁੱਗੀ ਖੇਤ। ਇਹ ਸਾਹਮਣੇ ਆਈ ਹੈ ਖਬਰ ਕਿ 40 ਦੇ ਕਰੀਬ ਵਿਧਾਇਕਾਂ ਨੇ ਕਾਂਗਰਸ ਹਾਈ ਕਮਾਨ ਨੂੰ ਚਿੱਠੀ ਲਿਖੀ ਹੈ, ਜਿਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਕਾਇਤ ਲਗਾਈ ਗਈ ਹੈ। ਦੇਖੋ, ਇਹ ਚਿੱਠੀ ਲਿਖਣ ਦਾ ਭਾਵੇਂ ਕਿ ਹੁਣ ਦੁਬਾਰਾ ਲਿਖੀ ਗਈ ਆ, ਪਰ ਆਪਾਂ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਪਹਿਲੀ ਵਾਰੀ ਚਿੱਠੀ ਲਿਖੀ ਆ। ਇਹ ਤੋਂ ਪਹਿਲਾਂ ਵੀ ਜਿਹੜੀਆਂ ਚਿੱਠੀਆਂ ਕਈ ਆਗੂਆਂ ਵੱਲੋਂ ਲਿਖਦਿਆਂ ਰਹੇ ਆ। ਪ੍ਰਤਾਪ ਸਿੰਘ ਬਾਜਵਾ ਲਿਖਦੇ ਰਹੇ, ਸ਼ਮਸ਼ੇਰ ਸਿੰਘ ਦੁੱਲੋਂ ਲਿਖਦੇ ਰਹੇ, ਜਦ ਇਹਨਾਂ ਨੂੰ ਇਹ ਬਾਗੀ ਦੱਸਦੇ ਰਹੇ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਰਾਜਸੀ ਵਿਰੋਧੀ ਦੱਸਦੇ ਰਹੇ, ਪਰ ਹੁਣ ਸੱਤਾ ਦੇ ਵਿੱਚ ਹੀ ਸ਼ਾਮਲ ਲੋਕ ਉਹ ਵੀ ਉਹਨਾਂ ਦਾ ਵਿਰੋਧ ਕਰਨ ਲੱਗੇ। ਅਸਲ ਵਿੱਚ ਗੱਲ ਇਹ ਹੈ ਕਿ 2022 ਦੀਆਂ ਜਿਹੜੀਆਂ ਚੋਣਾਂ ਉਹ ਸਾਹਮਣੇ ਦਿਖ ਰਹੀਆਂ। 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਹੁਤ ਜ਼ਿਆਦਾ ਵਾਅਦੇ ਕੀਤੇ ਸੀਗੇ, ਉਹ ਵਾਅਦੇ ਹੁਣ ਪੂਰੇ ਨਹੀਂ ਹੋਏ। ਪੰਜਾਬ ਦੇ ਲੋਕ ਸਵਾਲ ਖੜੇ ਕਰ ਰਹੇ ਨੇ, ਲੋਕ ਸਵਾਲ ਪੁੱਛ ਰਹੇ ਨੇ ਕਿ ਤੁਸੀਂ ਕੀਤਾ ਕੀ। ਇਸ ਕਰਕੇ ਸਿਆਸੀ ਆਗੂਆਂ ਨੂੰ ਇਹ ਲੱਗ ਰਿਹਾ ਕਿ ਉਹਨਾਂ ਦੀ ਜਿਹੜੀ ਸੱਤਾ ਹੈ ਉਹ ਖੁੱਸ ਸਕਦੀ ਆ। वो कहते थे ना बिकूंगा ना बिकने दूंगा, पर अब बिक भी रहे हैं और बेच भी रहे हैं। सत श्री अकाल, मैं कमलरीत कौर लेके हाजिर हाँ प्रोग्राम स्पैशल रिपोर्ट। ਅੱਜ ਸ਼ੁਰੂਆਤ ਦੇ ਵਿੱਚ ਮੈਨੂੰ ਇਹ ਸਤਰਾਂ ਇਸ ਲਈ ਕਹਿਣੀਆਂ ਪੈ ਗਈਆਂ ਕਿਉਂਕਿ ਲਗਾਤਾਰ ਮੋਦੀ ਸਰਕਾਰ ਭਾਰਤ ਦੀਆਂ ਜਾਇਦਾਦਾਂ ਨੂੰ ਵਿਦੇਸ਼ਾਂ ਦੇ ਹਵਾਲੇ ਕਰ ਰਹੀ ਹੈ ਤੇ ਵਿਦੇਸ਼ਾਂ ਦੇ ਨਿਵੇਸ਼ ਦੀ ਜਿਹੜੀ ਆਮਦ ਹੈ ਉਹ ਭਾਰਤ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਹੈ। ਜਦੋਂ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਹਜੇ ਬਣਨਾ ਸੀ, ਜਦੋਂ ਚੋਣ ਰੈਲੀਆਂ ਚੱਲ ਰਹੀਆਂ ਸੀ ਤੇ ਡੰਕੇ ਦੀ ਚੋਟ ਤੇ ਕਹਿੰਦੇ ਸੀ ਨਾ ਬਿਕੂੰਗਾ ਨਾ ਵੇਚਣੇ ਦੂੰਗਾ, ਪਰ ਅੱਜ ਜੋ ਹਾਲਾਤ ਬਣੇ ਹੋਏ ਨੇ ਉਸ ਤੋਂ ਇਹ 17 ਕਹਿਣੀਆਂ ਬਣਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਹੁਣ ਵੇਚਿਆ ਵੀ ਜਾ ਰਿਹਾ ਹੈ ਤੇ ਵਿਕਿਆ ਖਰੀਦਿਆ ਵੀ ਜਾ ਰਿਹਾ ਹੈ। ਭਾਰਤ ਦੀ ਟੈਲੀਕਾਮ ਕੰਪਨੀ ਦੇ ਵਿੱਚ ਭਾਰਤ ਦੇ ਟੈਲੀਕਾਮ ਸੈਕਟਰ ਦੇ ਵਿੱਚ 100% ਦੀ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਕੱਲ੍ਹ ਕੇਂਦਰੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਦਿੱਤੀ ਗਈ ਹੈ। ਕੇਂਦਰੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਫੈਸਲੇ ਲਏ ਗਏ ਨੇ ਔਰ ਇਸ ਖਬਰ ਦੇ ਉੱਤੇ ਵਿਸਥਾਰਪੂਰਵਕ ਜਿਹੜੀ ਚਰਚਾ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ। ਸਰ, ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਕਮਲ। ਸਰ, ਦੇਸ਼ ਵੇਚਣ ਤੋਂ ਬਚਾਉਣ ਵਾਲੇ ਇਹ ਜਿਹੜੇ ਕਹਿੰਦੇ ਸੀ ਕਿ ਨਾ ਵਿਕੂੰਗਾ ਨਾ ਵਿਕਨੇ ਦੂੰਗਾ, ਔਰ ਅੱਜ ਬੋਲੀਆਂ ਲੱਗ ਰਹੀਆਂ ਨੇ, ਕਿਤੇ ਟਾਟਾ 에ਅਰਪੋਰਟ ਦੀਆਂ ਜਿਹੜੀਆਂ ਬੋਲੀਆਂ ਨੇ ਉਹ ਲੱਗ ਰਹੀਆਂ ਨੇ ਔਰ ਕਿਤੇ ਕੁਝ ਹੋ ਰਿਹਾ। ਹੁਣ ਵਿਦੇਸ਼ੀ ਨਿਵੇਸ਼ ਜਿਹੜਾ ਹੈ ਟੈਲੀਕਾਮ ਸੈਕਟਰ ਦੇ ਵਿੱਚ 100% ਦੀ ਮਨਜ਼ੂਰੀ ਜਿਹੜੀ ਦੇ ਦਿੱਤੀ ਗਈ ਹੈ। ਕਮਲ ਜੀ ਦੇਖੋ, ਤੁਸੀਂ ਸ਼ੇਅਰ ਤਾਂ
ਸ਼ੁਰੂਆਤੀ ਦੇ ਵਿੱਚ ਵਧੀਆ ਕਿਹਾ, ਜਿਹੜੀ ਇਹ ਭਾਸ਼ਾ ਹੈ ਅੱਜ ਦੇ ਹੁਕਮਰਾਨ ਆ ਜਿਹੜੇ ਦੇਸ਼ ਦੇ, ਇਹ ਬੋਲਦੇ ਰਹੇ ਨੇ, ਕਹਿੰਦੇ ਰਹੇ ਨੇ 2014 ਦੀਆਂ ਵੋਟਾਂ ਤੋਂ ਪਹਿਲਾਂ ਕਿ ਅਸੀਂ ਦੇਸ਼ ਨੂੰ ਬਚਾਵਾਂਗੇ। ਜੋ ਸੱਤੋਂ ਤੋਂ ਪਹਿਲਾਂ ਰਹੇ ਆ ਉਹਨਾਂ ਨੇ ਦੇਸ਼ ਨੂੰ ਲੁੱਟ ਲਿਆ, ਖਾ ਲਿਆ, ਭ੍ਰਿਸ਼ਟਾਚਾਰ ਕਰ ਲਿਆ, ਕਾਲਾ ਧਨ ਇਕੱਠਾ ਕਰ ਲਿਆ, ਬਹੁਤ ਕੁਝ ਕੀਤਾ ਗਿਆ। ਭਾਰਤ ਦੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕੀਤਾ ਗਿਆ, ਕਿਹਾ ਗਿਆ। ਬਹੁਤ ਵੱਡੇ ਵੱਡੇ ਢੰਡੋਰੇ, ਬਹੁਤ ਵੱਡੇ ਵੱਡੇ ਬਿਆਨ ਅੱਜ ਦੇ ਹੁਕਮਰਾਨਾਂ ਨੇ ਦਿੱਤੇ, ਪੱਟੇ ਤੇ ਲੋਕਾਂ ਨੂੰ ਗੁੰਮਰਾਹ ਕੀਤਾ। ਦਰਅਸਲ ਜਦੋਂ ਨਰਸਿਮਹਾ ਰਾਓ ਦੀ ਅਗਵਾਈ ਦੇ ਹੇਠ ਭਾਰਤ ਦੀ ਸਰਕਾਰ ਦੀ ਵਿੱਤ ਮੰਤਰੀ ਸਨ ਡਾਕਟਰ ਮਨਮੋਹਨ ਸਿੰਘ, ਉਦੋਂ ਤੇ ਜਿਹੜਾ ਨਿੱਜੀਕਰਨ ਦਾ ਜਿਹੜਾ ਰਸਤਾ ਖੁੱਲ ਗਿਆ ਸੀ। ਬਿਲਕੁਲ ਜਦੋਂ WOT ਦੇ ਆਪਾਂ ਜਦੋਂ ਲਿਬਰਲਾਈਜੇਸ਼ਨ ਹੋਈ ਹੈ, ਉਦੋਂ WOT ਦੀ ਜਦੋਂ ਆਇਆ, ਸਮਝੌਤੇ ਹੋਣੇ ਸ਼ੁਰੂ ਹੋਏ, ਉਦੋਂ ਹੌਲੀ ਹੌਲੀ ਨਿਵੇਸ਼ ਆ ਜਿਹੜਾ ਵਿਦੇਸ਼ੀ ਜਾਂ ਨਿੱਜੀ ਹੱਥਾਂ ਨੂੰ ਲੈ ਕੇ ਜਿਹੜੇ ਵੱਡੇ ਵੱਡੇ ਕਾਰਪੋਰੇਟ ਸੈਕਟਰ ਤੇ ਉਹਦਾ ਨਿੱਜੀ ਅਦਾਰਿਆਂ ਦੇ ਵਿੱਚ, ਸਰਕਾਰੀ ਅਦਾਰਿਆਂ ਦੇ ਵਿੱਚ, ਜਨਤਕ ਅਦਾਰਿਆਂ ਦੇ ਵਿੱਚ ਉਹਨਾਂ ਦੀ ਜਿਹੜੀ ਭਾਈਵਾਲੀ ਦਾ ਰਸਤਾ ਖੁੱਲ ਗਿਆ ਸੀ। ਉਦੋਂ ਦੇਸ਼ ਦੇ ਵਿੱਚ ਕੇਂਦਰ ਸਰਕਾਰ ਦੀ ਤਾਂ ਜਿਹੜੀਆਂ ਵਿਰੋਧੀ ਰਾਜਨੀਤਿਕ ਪਾਰਟੀਆਂ ਸੀਗੀਆਂ ਉਹਨਾਂ ਨੇ ਕਾਂਗਰਸ ਸਰਕਾਰ ਦੇ ਖਿਲਾਫ ਬਹੁਤ ਝੰਡਾ ਚੁੱਕ ਕੇ ਰੱਖਿਆ, ਖਾਸ ਕਰਕੇ ਜਿਹੜੀ BJP ਤੇ ਖੱਬੇ ਪੱਖੀ ਪਾਰਟੀਆਂ ਨੇ। ਤਾਂ ਜਿਹੜੀ BJP ਆ ਇਹੀ ਦੋਸ਼ ਲਾਉਂਦੀ ਰਹੀ ਕਿ ਇਹ ਦੇਸ਼ ਨੂੰ ਲੁੱਟਣ ਲੱਗਿਆ, ਹੁਣ ਕਾਂਗਰਸ ਪਾਰਟੀ ਦੇਸ਼ ਨੂੰ ਵੇਚਣ ਲੱਗੀਆਂ ਨੇ। ਹਾਲਾਂਕਿ ਜਿਹੜੀਆਂ ਖੱਬੇ ਪੱਖੀ ਪਾਰਟੀਆਂ ਸੀਗੀਆਂ, CPI, CPM, CPI, ML, ਹੋਰ ਜਿੰਨੀਆਂ ਵੀ ਖੱਬੇ ਪੱਖੀ ਧਿਰਾਂ ਸੀਗੀਆਂ, ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਸੰਬੰਧਿਤ ਆਲ ਇੰਡੀਆ ਫਾਰਵਰਡ ਬਲਾਕ, ਹੋਰ ਕਈ ਪਾਰਟੀਆਂ ਸੀਗੀਆਂ, ਉਹਨਾਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਸੀਗਾ। ਕਿਉਂਕਿ ਜਿਹੜਾ ਜਨਤਕ ਖੇਤਰ ਹੁੰਦਾ, ਜਿੰਨੀ ਦੇਰ ਤੱਕ ਇਹ ਸੁਰੱਖਿਅਤ ਨਹੀਂ, ਉਨੀ ਦੇਰ ਤੱਕ ਸਾਡਾ ਸਮਾਜ, ਸੂਬਾ ਤੇ ਦੇਸ਼ ਸੁਰੱਖਿਅਤ ਨਹੀਂ ਹੋ ਸਕਦਾ। ਉਹ ਉਹਨਾਂ ਦਾ ਇਹ ਇੱਕ ਵੱਡਾ ਜਿਹੜਾ ਵਜਨ ਸੀਗਾ, ਜੇ ਆਪਾਂ ਇਹ ਕਹਿੰਦੇ ਵੀ ਉਹ ਵੱਡੀ ਇਸ ਗੱਲ ਦੀ ਦਲੀਲ ਦਿੰਦੀਆਂ ਸੀਗੀਆਂ ਖੱਬੇ ਪੱਖੀ ਧਿਰਾਂ ਦੇ ਆਗੂ। ਹੁਣ ਹੋ ਕੀ ਰਿਹਾ ਤੁਸੀਂ ਦੇਖੋ। ਸਭ ਤੋਂ ਪਹਿਲਾਂ ਜੇ ਆਪਾਂ ਇਸ ਗੱਲ ਦੀ ਕਰੀਏ, BSNL ਭਾਰਤੀ ਸੰਚਾਰ ਨਿਗਮ ਲਿਮਟਿਡ ਹੁਣ ਇਹ ਬਣ ਗਈ। ਪਹਿਲਾਂ ਇਹ ਟੈਲੀਫੋਨ ਡਿਪਾਰਟਮੈਂਟ ਸੀਗਾ, ਜਿਹੜਾ ਹੁਣ ਭਾਰਤੀ ਸੰਚਾਰ ਨਿਗਮ ਲਿਮਟਿਡ ਬਣੀ ਆ। ਇਹ ਇੱਕ ਅਜਿਹਾ ਅਦਾਰਾ ਹੈ ਦੇਸ਼ ਦੇ ਵਿੱਚ ਜਿਹਦੇ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਨੈਟਵਰਕ ਆ। BSNL ਦਾ ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ, ਜੇ ਆਪਾਂ ਇਹ ਕਹਿ ਲਈਏ ਵੀ ਹਰ ਦੂਜੇ ਜਾਂ ਤੀਜੇ ਪਿੰਡ ਦੇ ਵਿੱਚ ਇਹਨਾਂ ਦੀ ਟੈਲੀਫੋਨ ਐਕਸਚੇਂਜ ਆ ਤੇ ਟਾਵਰ ਲੱਗਿਆ ਹੋਇਆ। ਕਿਹਾ ਜਾਂਦਾ ਕਿ ਜਿੱਥੇ ਸਾਰੇ ਟਾਵਰ ਜਵਾਬ ਦੇ ਦੇਣ, ਜਿੱਥੇ ਸਾਰੇ ਜਿਹੜੀਆਂ ਮੋਬਾਈਲ ਕੰਪਨੀਆਂ ਉਹਨਾਂ ਦੀ ਰੇਂਜ ਖਤਮ ਹੋ ਜਾਵੇ, ਉੱਥੇ BSNL ਦਾ ਫਿਰ ਵੀ ਕਹਿੰਦੇ ਥੋੜ੍ਹਾ ਜਿਹਾ ਡੰਡਾ ਮੋਬਾਈਲ 'ਚ ਦਿਖਦਾ ਰਹਿੰਦਾ। BSNL ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਾਰਿਆਂ ਨੇ ਤਬਾਹ ਕੀਤਾ। ਇਹਦੇ ਵਿੱਚ ਇਹਨਾਂ ਦੇ ਰੇਟ ਆ ਜਿਹੜੇ ਕਦੇ ਵਧਾ ਤੇ ਕਦੇ ਘੱਟ ਕਰਤੇ। ਦੂਜੇ ਪਾਸੇ ਪ੍ਰਾਈਵੇਟ ਕੰਪਨੀਆਂ, ਏਅਰਟੈਲ ਹੋਈ, ਰਿਲਾਇੰਸ ਹੋਇਆ, ਸਪਾਈਸ ਹੋਇਆ, ਹੋਰ ਕਿੰਨੀਆਂ ਕੰਪਨੀਆਂ ਜਿਹੜੀਆਂ, ਟਾਟਾ ਹੋਈ, ਸਾਰਿਆਂ ਨੂੰ ਆਉਣ ਵਾਸਤੇ ਖੁੱਲ੍ਹੇ ਹੱਥ ਛੱਡਿਆ ਗਿਆ, ਜਿਹਦੇ ਕਰਕੇ ਇਹ BSNL ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਇੱਕ ਸਾਜ਼ਿਸ਼ ਦੇ ਅਧੀਨ ਆ ਜਿਹੜਾ BSNL ਦਾ ਨੁਕਸਾਨ ਕੀਤਾ ਗਿਆ, ਭੱਠਾ ਬਿਠਾਇਆ ਗਿਆ। ਅੱਜ ਉਹਨਾਂ ਦੇ ਕੋਲ ਆ ਜਿਹੜੇ ਮੁਲਾਜ਼ਮ ਤੱਕ ਨਹੀਂ ਹੈਗੇ। ਕੋਈ ਸਮਾਂ ਸੀਗਾ ਕਿ BSNL ਦੇ ਜਿਹੜੇ ਮੋਬਾਈਲ ਤੇ ਉਹ ਵੇਟਿੰਗ ਦੇ ਵਿੱਚ ਚੱਲਦੇ ਹੁੰਦੇ ਸੀਗੇ, ਤੁਹਾਨੂੰ ਵੇਟਿੰਗ ਦੇ ਵਿੱਚੋਂ ਮਿਲਣਾ ਸੀਗਾ, ਜਾਂ ਫਿਰ ਜਿਹੜੇ ਮੈਂਬਰ ਉਹ ਪਾਰਲੀਮੈਂਟ ਹੁੰਦੇ ਤੇ, ਲੋਕ ਸਭਾ ਦੇ ਮੈਂਬਰ ਹੁੰਦੇ ਤੇ, ਉਹਨਾਂ ਦੀ ਸਿਫਾਰਸ਼ ਨਾਲ ਮਿਲਦੇ ਹੁੰਦੇ ਸੀਗੇ। ਉਹ ਇੱਕ ਸਮਾਂ ਹੈ ਜਿਹੜਾ ਅਸੀਂ ਦੇਖਿਆ। ਅੱਜ BSNL ਦੇ ਅੱਜ ਤੁਸੀਂ ਕਨੈਕਸ਼ਨ ਦੇ ਕੇ ਆਓ, ਦੂਜੇ ਦਿਨ ਲੱਗ ਜੂਗੇ ਉਹਨਾਂ ਦੇ ਕੋਲ, ਮਤਲਬ ਕੋਈ ਇਹੀ ਨੌਬਤ ਅੱਜ ਔਰ ਜਿਹੜੇ BSNL ਦੇ ਟਾਵਰਸ ਨੇ ਉਹ Jio ਨੂੰ ਵੇਚੇ ਹੋਏ ਨੇ। ਹਾਂ, ਉਹ Jio ਨੂੰ ਵੇਚੇ ਹੋਏ ਨੇ। ਸਾਰਾ ਜਿਹੜਾ ਨੈਟਵਰਕਿੰਗ ਚੱਲਦਾ ਸਾਰੀਆਂ ਕੰਪਨੀਆਂ ਦਾ, ਪ੍ਰਾਈਵੇਟ ਦਾ, ਉਹ ਅੱਜ ਵੀ ਉਹ ਸਾਰਾ BSNL ਦੇ ਥਰੂ ਚੱਲ ਰਿਹਾ। BSNL ਆ ਜਿਹੜੀ ਦੇ ਥਰੂ ਸਾਰਾ ਨੈਟਵਰਕ ਚੱਲ ਰਿਹਾ, ਉਹ ਘੱਟ 'ਚ ਜਾ ਰਹੀ ਹੈ। ਪ੍ਰਾਈਵੇਟ ਕੰਪਨੀਆਂ ਮੁਨਾਫਾ ਕਮਾ ਰਹੀਆਂ। ਕਿਤੇ ਨਾ ਕਿਤੇ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਵਿੱਚ ਜਿਹੜੇ ਪੋਲੀਟੀਕਲ ਲੋਕ ਨੇ, ਹੁਕਮਰਾਨ ਨੇ, ਉਹ ਵੀ ਇਨਵੋਲਵਡ ਨੇ। ਦੂਜੇ ਇਲਾਵਾ ਜਿਹੜੀ ਸਾਡੇ ਅਫਸਰਸ਼ਾਹੀ ਨੇ, ਲਾਲ ਪੀਤਾਸ਼ਾਹੀ, ਇਹ ਵੀ ਕਿਤੇ ਨਾ ਕਿਤੇ ਇਨਵੋਲਵ ਨੇ, ਜਿਨ੍ਹਾਂ ਨੇ ਸਾਡੇ ਦੇਸ਼ ਦਾ ਭੱਠਾ ਬਿਠਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਹੁਣ ਤੁਸੀਂ ਦੇਖੋ, ਇਹ ਗੱਲਾਂ ਜਿਹੜੀਆਂ ਤੁਸੀਂ ਸ਼ੇਅਰ ਕਿਹਾ ਕਿ ਕਹਿੰਦੇ ਸੀਗੇ ਕਿ ਅਸੀਂ ਵਿਕਣ ਨਹੀਂ ਦੇਵਾਂਗੇ, ਕਾਲਾ ਧਨ ਵਾਪਸ ਲਿਆਵਾਂਗੇ, ਹਰੇਕ ਦੇ ਖਾਤੇ ਦੇ ਵਿੱਚ 15 ਲੱਖ ਰੁਪਈਆ ਆਵੇਗਾ, ਕਾਲਾ ਧਨ ਵਾਲਿਆਂ ਨੂੰ ਇੱਥੇ ਵਾਪਸ ਲਿਆ ਕੇ ਲੋਕਾਂ ਦੇ ਨੂੰ ਵੰਡਿਆ ਜਾਵੇਗਾ, 2 ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ, ਸਰਕਾਰੀ ਨਿਵੇਸ਼ ਦੇ ਵਿੱਚ ਜਿਹੜਾ
ਵਿਰੋਧ ਕਰਦੇ ਹੁੰਦੇ ਤੇ ਹੁਣ ਇਹਨਾਂ ਨੇ 100% ਦੀ ਨਿਵੇਸ਼ ਦੀ ਖੁੱਲੀ ਛੁੱਟੀ ਦੇਤੀ, ਜਿਹੜਾ ਕੈਬਨਿਟ ਨੇ ਫੈਸਲਾ ਕੀਤਾ। ਉਹ ਤੇ ਪਹਿਲਾਂ ਜਿਹੜੀ ਭਾਰਤੀ ਰੇਲ ਤੀ ਉਹ ਵਿਕ ਗਈਆਂ, ਉਹਦੀਆਂ ਲਾਈਨਾਂ ਵੇਚੀਆਂ ਜਾ ਰਹੀਆਂ। 에ਅਰਪੋਰਟ ਸੀਗੇ ਉਹ ਅਵਾਨੀ ਅਡਾਨੀ ਤੱਕ ਨੂੰ ਵੇਚ ਦਿੱਤੇ ਗਏ ਨੇ। ਸੜਕਾਂ ਜਿਹੜੀਆਂ ਉਹ ਅਵਾਨੀ ਅਡਾਨੀ ਤੇ ਹੋਰ ਕਾਰਪੋਰੇਟ ਘਰਾਣਿਆਂ ਨੂੰ ਬਚ ਗਏ। ਹੋਰ ਸਾਡੇ ਬਚਿਆ ਕੀ ਹੈ ਦੇਸ਼ ਦੇ ਵਿੱਚ? ਜਿਹੜੇ ਜਨਤਕ ਖੇਤਰ ਦੇ ਤੁਸੀਂ ਸਾਰੇ ਨਿੱਜੀ ਖੇਤਰਾਂ ਦੇ ਹਵਾਲੇ ਗਏ। ਜਦੋਂ ਨਿੱਜੀ ਖੇਤਰਾਂ ਦੇ ਵਿੱਚ ਚਲੇ ਗਏ, ਉਹਨਾਂ ਦਾ ਜਿਹੜਾ ਵਪਾਰੀ ਹੁੰਦਾ, ਵਪਾਰੀ ਦਾ ਇੱਕੋ ਇੱਕ ਮਕਸਦ ਇਹ ਹੁੰਦਾ ਕਮਲ ਕਿ ਉਹਨੇ ਮੁਨਾਫਾ ਕਮਾਉਣਾ ਹੈ। ਉਹਨੂੰ ਜਨਤਾ ਦੇ ਵੈਲਫੇਅਰ ਵਾਸਤੇ, ਲੋਕਾਂ ਦੇ ਕਲਿਆਣ ਵਾਸਤੇ, ਲੋਕਾਂ ਦੀ ਭਲਾਈ ਤੋਂ ਉਹਨਾਂ ਨੇ ਕੋਈ ਲੈਣਾ ਦੇਣਾ ਨਹੀਂ। ਉਹਨੂੰ ਇਹ ਪਤਾ ਹੋਣਾ ਚਾਹੀਦਾ ਉਹਨੇ 5 ਰੁਪਏ ਦੇ 50 ਰੁਪਏ ਕਿਵੇਂ ਬਣਾਉਣੇ ਨੇ। ਜਦ ਕਿ ਜਿਹੜੇ ਜਨਤਕ ਖੇਤਰ ਹੁੰਦੇ ਨੇ ਉਹ ਲੋਕਾਂ ਦੀ ਸੁਵਿਧਾਵਾਂ ਵਾਸਤੇ ਹੁੰਦੇ ਨੇ, ਲੋਕਾਂ ਦੀਆਂ ਜਿਹੜੀਆਂ ਫੈਸਿਲਿਟੀਜ਼ ਹੁੰਦੀਆਂ ਨੇ ਉਹ ਦੇਣੀਆਂ ਹੁੰਦੀਆਂ ਨੇ। ਹੁਣ ਜਿਵੇਂ ਕਿ ਰੋਡਵੇਜ ਆ ਜਿਹੜੀ ਲੋਕਾਂ ਨੂੰ ਆਵਾਜਾਈ ਦੇ ਸਾਧਨ ਮੁਹੱਈਆ ਕਰਵਾਉਣ ਵਾਸਤੇ ਆ। ਤੁਸੀਂ ਜੇ ਉੱਥੇ ਵੀ ਕਹੇ ਕਿ ਰੋਡਵੇਜ ਘਾਟੇ ਦੇ ਵਿੱਚ ਜਾ ਰਹੀ ਆ, ਉਹਨੂੰ ਪ੍ਰੋਫਿਟ ਨਹੀਂ ਜਾ ਰਿਹਾ, ਤਾਂ ਇਹ ਇੱਕ ਮਾੜੀ ਗੱਲ ਆ। ਕਿਉਂਕਿ ਉਹ ਤਾਂ ਪਹਿਲੀ ਗੱਲ ਤਾਂ ਇਹ ਉਹ ਲੋਕਾਂ ਵਾਸਤੇ ਫੈਸਿਲਿਟੀ ਸੀਗੀ, ਤੇ ਦੂਜੀ ਗੱਲ ਤਾਂ ਉਹ ਕਾਫੀ ਸਮਾਂ ਤੱਕ ਉਹ ਪ੍ਰੋਫਿਟ ਵਿੱਚ ਚੱਲਦੀ ਰਹੀ। ਉਹਦੇ ਵਿੱਚ ਠੀਕ ਆ ਕਿ ਕੁਝ ਸਟਾਫ ਨੇ ਵੀ ਗਲਤੀਆਂ ਕੀਤੀਆਂ ਹੋਣਗੀਆਂ, ਸਟਾਫ ਦੀ ਵੀ ਮਿਲੀ ਭੁਗਤ ਹੋ ਸਕਦੀ ਹੈ ਕਿ ਉਹਨਾਂ ਨੇ ਡਰਾਈਵਰ ਕੰਡਕਟਰ ਨੇ ਪਰਚੀਆਂ ਨਹੀਂ ਕੱਟੀਆਂ, ਟਿਕਟਾਂ ਨਹੀਂ ਕੱਟੀਆਂ, ਜਾਂ ਤੇਲ ਵੇਚਿਆ ਹੋਣਾ ਹੈ, ਜਾਂ ਜਿਹੜੇ ਉੱਥੇ ਪ੍ਰਬੰਧਕ ਉਹਨਾਂ ਨੇ ਮਾੜਾ ਜਿਹੜਾ ਸਪੇਅਰ ਪਾਰਟ ਦਾ ਸਮਾਨ ਖਰੀਦਿਆ ਹੋਣਾ, ਉਹ ਵੀ ਹੋ ਸਕਦਾ। ਆਪਾਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ। ਪਰ ਜਿਹੜੀਆਂ ਟਰਾਂਸਪੋਰਟ ਪਾਲਿਸੀ ਬਣਾਈਆਂ, ਰੂਟ ਬਣਾਏ ਨੇ, ਪਰਮਿਟ ਬਣਾਏ ਨੇ, ਉਹ ਕਿਹਨਾਂ ਲੋਕਾਂ ਨੂੰ ਕਿਵੇਂ ਦਿੱਤੇ। ਅੱਜ ਤੁਸੀਂ ਦੇਖੋ ਪੰਜਾਬ ਰੋਡਵੇਜ ਦਾ ਕਿਆ ਹਾਲ ਹੈ, ਘਾਟੇ 'ਚ ਚੱਲ ਰਹੀ ਹੈ। ਪਨ ਬੱਸ ਠੀਕ ਆ, ਪ੍ਰੋਫਿਟ ਵਿੱਚ ਚੱਲ ਰਹੀ ਹੈ। ਜਿੱਥੇ ਚੰਗੇ ਰੂਟ ਆ ਉੱਥੇ ਜਿਹੜੇ ਨਿੱਜੀ ਬੱਸਾਂ ਨੂੰ ਦਿੱਤੇ ਹੋਏ ਨੇ। ਵੱਡੇ ਰੂਟ ਆ ਤੇ ਪ੍ਰਾਈਵੇਟ ਬੱਸਾਂ ਜਿਹੜੀਆਂ ਚੰਡੀਗੜ੍ਹ ਤੋਂ ਲੈ ਕੇ ਪਠਾਨਕੋਟ ਤੱਕ, ਅੰਮ੍ਰਿਤਸਰ ਤੱਕ, ਹੁਸ਼ਿਆਰਪੁਰ ਤੱਕ, ਬਠਿੰਡੇ ਤੱਕ ਭਰੀਆਂ ਜਾ ਰਹੀਆਂ। ਰੋਡਵੇਜ ਦੀਆਂ ਬੱਸਾਂ ਖਾਲੀ ਜਾ ਰਹੀਆਂ। ਹੁਣ ਰੋਡਵੇਜ ਦਾ ਭੱਠਾ ਉਠਾਉਣ ਵਾਸਤੇ ਇਹ ਕੈਪਟਨ ਅਮਰਿੰਦਰ ਸਿੰਘ ਨੇ ਹੋਰ ਫੈਸਲਾ ਕੀਤਾ ਕਿ ਜਿਹੜੀਆਂ ਬੀਬੀਆਂ ਹੈ, ਔਰਤਾਂ, ਉਹਨਾਂ ਨੂੰ 50% ਜਿਹੜਾ ਉਹ ਮਾਫ ਕਰ ਦਿੱਤਾ। ਤਾਂ ਸਾਨੂੰ ਔਰਤਾਂ ਨੂੰ 50% ਮੁਫਤ ਕਿਰਾਇਆ ਕਰਨਾ ਸਾਨੂੰ ਕੋਈ ਉਹ ਨਹੀਂ ਵੀ ਬੀਬੀਆਂ ਨੂੰ ਕੀਤਾ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਬੀਬੀਆਂ ਨੇ ਤਾਂ ਮੰਗੇ ਨਹੀਂ ਕੀਤੀ। ਹੁਣ ਤੁਸੀਂ ਦੇਖੋ ਜਿਹੜੀਆਂ ਪੜ੍ਹੀਆਂ ਲਿਖੀਆਂ ਅਧਿਆਪਕਾਂ ਹੈ, ਸਰਕਾਰੀ ਨੌਕਰੀਆਂ ਕਰਦੀਆਂ ਅਧਿਆਪਕਾਂ ਹੈ, ਕਲਰਕਾਂ, ਵੱਖ ਵਿਭਾਗਾਂ 'ਚ ਸਵੇਰੇ 9 ਵਜੇ ਜਾਂਦੀਆਂ, ਉਹ ਵੀ ਆਪਣਾ ਉਹ ਕੱਢ ਕੇ ਫੜਾ ਦਿੰਦੀਆਂ, ਆਪਣਾ ਆਧਾਰ ਕਾਰਡ ਦਿਖਾਉਂਦੀਆਂ, ਕੰਡਕਟਰ ਫ੍ਰੀ ਵਾਲੀ ਟਿਕਟ ਕੱਢ ਦਿੰਦਾ। ਇਹ ਪੱਠਾ ਨਹੀਂ ਉਠਾਇਆ। ਤਾਂ ਹੋਰ ਜੇ ਤੁਸੀਂ ਫ੍ਰੀ ਸਹੂਲਤ ਦੇਣੀ ਤੀ, ਤੁਹਾਡਾ ਫਰਜ਼ ਬਣਦਾ ਵਿਦਿਆਰਥੀਆਂ ਨੂੰ। ਉੱਥੇ ਤੁਸੀਂ ਵਿਦਿਆਰਥੀਆਂ ਨੂੰ ਕੁਝ ਨਹੀਂ ਦੇ ਰਹੇ, ਉਲਟਾ ਜਿਹੜੇ ਵਿਦਿਆਰਥੀ ਨੌਕਰੀਆਂ ਵਾਸਤੇ, ਕੋਰਸਾਂ ਵਾਸਤੇ ਅਪਲਾਈ ਕਰਦੇ ਆ, ਤੁਸੀਂ ਉਹਨਾਂ 'ਤੇ ਕਰੋੜਾਂ ਰੁਪਇਆ ਵਸੂਲਿਆ ਜਾ ਰਿਹਾ। ਇੰਨੀ ਫੀਸ ਲਾਈ ਹੋਈ ਆ ਉਹਨਾਂ ਤੋਂ। ਇਹ ਕੀ ਹੋ ਰਿਹਾ? ਇਹ ਇੱਕ ਹੱਥ ਦੇ ਕੇ ਦੂਜੇ ਪਾਸੇ ਤੁਹਾਨੂੰ ਲੁੱਟਿਆ ਜਾ ਰਿਹਾ। ਲੋਕਾਂ ਨੂੰ ਵੀ ਇਹ ਗੱਲ ਸਮਝਣ ਦੀ ਜ਼ਰੂਰਤ ਆ ਕਿ ਸਾਡੇ ਹੱਥ ਜਿਹੜੇ ਬੁਰੀ ਤਰ੍ਹਾਂ ਜਿਹੜਾ ਸਰਕਾਰਾਂ ਨੇ ਬੰਨੇ ਹੋਏ ਨੇ, ਨੂੜੇ ਹੋਏ ਨੇ। ਸਾਨੂੰ ਇੱਧਰ 5 ਰੁਪਏ ਦੀ ਮੁਫਤ ਚੀਜ਼ ਦੇ ਕੇ 7 ਤੇ 50 ਰੁਪਏ ਜਿਹੜੇ ਲਏ ਜਾ ਰਹੇ ਨੇ। ਅੱਜ ਸੁਵਿਧਾ ਕੇਂਦਰਾਂ ਦੇ ਵਿੱਚ ਕੰਮ ਸਾਰੇ ਸਰਕਾਰੀ ਅਧਿਕਾਰੀਆਂ ਨੇ ਕਰਨਾ ਹੁੰਦਾ। ਉੱਥੇ ਸੁਵਿਧਾ ਕੇਂਦਰਾਂ ਦੇ ਵਿੱਚ ਇੱਕ ਜਿਹੜਾ ਸਟਾਫ ਬੈਠਾ, ਉਹਨੇ ਤਾਂ ਇੱਕ ਫੀਸ ਲੈਣੀ ਹੈ, ਜਿਹੜੀ ਉਹ ਪ੍ਰਾਈਵੇਟ ਕੰਪਨੀਆਂ ਚਲਾ ਰਹੀਆਂ। ਉਹਨੇ ਫੀਸ ਲੈਂਦੀਆਂ ਤੇ ਕਾਗਜ਼ ਪੱਤਰ ਤਿਆਰ ਕਰਦੀਆਂ, ਅੱਗੇ ਜ਼ਿਲ੍ਹਾ ਪੱਧਰ ਤੇ ਡਿਪਟੀ ਕਮਿਸ਼ਨਰਾਂ ਨੂੰ, ਤਹਿਸੀਲਦਾਰਾਂ ਨੂੰ, ਜਿਹੜਾ ਉਹਨਾਂ ਦਾ ਸਟਾਫ ਆ ਉੱਥੇ ਫਾਈਲਾਂ ਭੇਜ ਦਿੰਦੇ ਆ। ਉੱਥੇ ਜਿਹੜਾ ਉਹਨਾਂ ਦਾ ਸਟਾਫ ਆ ਉਹ ਸਾਰਾ ਕੰਮ ਕਰਦਾ। ਉਹ ਤੋਂ ਬਾਅਦ ਤਿਆਰ ਹੋ ਕੇ ਸੁਵਿਧਾ ਕੇਂਦਰ 'ਚ ਜਾਂਦਾ, ਉਹ ਅੱਗੇ ਉਹ ਪ੍ਰੋਵਾਈਡ ਕਰਾ ਦਿੰਦੇ ਆ। ਉੱਥੇ ਜੇ ਸਰਕਾਰੀ ਫੀਸ ਕਿਸੇ ਦੀ 150 ਰੁਪਈਆ ਤਾਂ ਇੱਥੇ ਸੁਵਿਧਾ ਫੀਸ 350 ਰੁਪਏ। ਇੰਨੀ ਲੁੱਟ ਮਚਾਈ ਹੋਈ ਹੈ ਨਾ ਸੁਵਿਧਾ ਕੇਂਦਰਾਂ 'ਤੇ, ਕੋਈ ਪੁੱਛਣ ਵਾਲਾ ਨਹੀਂ। ਸੁਖਮਨੀ ਸੇਵਾ ਸੁਸਾਇਟੀ ਇਹਨਾਂ ਨੇ ਇੱਕ ਬਣਾਈ ਹੋਈ ਆ, ਜਿਹੜੀ ਉਹਦਾ ਕੋਈ ਆਡਿਟ ਨਹੀਂ ਹੁੰਦਾ। ਅਫਸਰਸ਼ਾਹੀ ਰੱਜ ਕੇ ਉਹਨੂੰ ਲੁੱਟ ਕੇ ਖਾ ਰਹੀ ਆ। ਇਸ ਕਰਕੇ ਹੁਣ ਜਿਹੜਾ ਇਹ ਪ੍ਰਾਈਵੇਟ ਸੈਕਟਰ ਦੇ ਵਿੱਚ ਸਿੱਧਾ ਜਿਹੜਾ ਨਿਵੇਸ਼ ਆਇਆ, ਕਿਤੇ ਨਾ ਕਿਤੇ ਇਹਨੇ ਜਿਹੜਾ ਵਿਦੇਸ਼ੀ ਨਿਵੇਸ਼ ਆਇਆ, ਇਹ ਸਿੱਧਾ ਭਾਰਤ ਦੇ ਜਿਹੜੇ ਇਹ ਖੇਤਰ ਹੋਣਗੇ, ਉਹਦੀ ਸਿੱਧੀ ਦਖਲਅੰਦਾਜ਼ੀ ਨਾਲ ਕਿਤੇ ਨਾ ਕਿਤੇ ਅਸੀਂ ਉਸ ਪਾਸੇ ਵੱਲ ਵਧ ਰਹੇ ਹਾਂ। ਮੈਨੂੰ ਇਹ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਹੈਗੀ ਕਿ ਜਿਵੇਂ ਆਜ਼ਾਦ ਭਾਰਤ ਤੋਂ ਪਹਿਲਾਂ ਈਸਟ ਇੰਡੀਆ ਕੰਪਨੀ ਭਾਰਤ 'ਚ ਆਈ ਸੀ, ਬਿਲਕੁਲ ਠੀਕ ਆ, ਉਹ ਉਸੇ ਤਰ੍ਹਾਂ ਪਾਸੇ ਵੱਲ ਵਧ ਰਿਹਾ। ਅਸੀਂ 1928 ਦੇ ਵਿੱਚ ਕਿੰਨਾ ਵੱਡਾ ਵਿਰੋਧ ਕੀਤਾ, ਠੀਕ ਆ, ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ ਸੀਗਾ। ਲਾਲਾ ਲਾਜਪਤ ਰਾਏ ਦੇ ਲਾਠੀਆਂ ਵੱਜੀਆਂ, ਹੋਰ ਵੱਜੀਆਂ, ਕਿੰਨੇ ਲੋਕਾਂ ਨੇ ਸੰਘਰਸ਼ ਕੀਤੇ। ਇੱਕ ਦਿਨ ਅਜਿਹੀ ਨੌਬਤ ਆ ਜਾਊਗੀ ਸਾਡੇ ਦੇਸ਼ ਵਾਸੀਆਂ ਨੂੰ, ਇਹ ਜਿਹੜੇ ਪ੍ਰਾਈਵੇਟ ਸੈਕਟਰ ਤੇ ਇਹਨਾਂ ਦੇ ਖਿਲਾਫ ਉੱਠ ਕੇ ਖੜਾ ਹੋਣਾ ਪਊਗਾ। ਹਾਲਾਂਕਿ ਲੜਾਈ ਸ਼ੁਰੂ ਹੋ ਚੁੱਕੀ ਹੈ, ਹਾਲਾਂਕਿ ਲੜਾਈ ਸ਼ੁਰੂ ਹੋ ਚੁੱਕੀ ਆ। ਸਾਡੇ ਕਿਸਾਨਾਂ ਨੇ ਸ਼ੁਰੂ ਕੀਤੀ ਹੋਈ ਆ। ਕਿਸਾਨਾਂ ਨੇ ਪੰਜਾਬ ਦੇ ਲੋਕਾਂ ਵਾਸਤੇ, ਦੇਸ਼ ਦੇ ਲੋਕਾਂ ਵਾਸਤੇ ਰਾਹ ਦਸੇਰਾ ਬਣੇ ਨੇ। ਪਰ ਸਿਰਫ ਇਹ ਹਾਲੇ ਕਾਨੂੰਨੀ ਅਧਿਕਾਰ ਦੀ ਲੜਾਈ ਲੜ ਰਹੇ ਨੇ। ਜਿਹੜੇ 3 ਖੇਤੀ ਕਾਨੂੰਨ ਆ, ਇਹਨਾਂ ਦੀ ਲੜਾਈ ਲੜਦੇ। ਇੱਕ ਦਿਨ ਅਜਿਹੀ ਨੌਬਤ ਆਏਗੀ
ਕਿ ਦੇਸ਼ ਦੇ ਲੋਕ ਖੜੇ ਹੋਣਗੇ, ਪੰਜਾਬ ਦੇ ਲੋਕ ਖੜੇ ਹੋਣਗੇ, ਹਰਿਆਣੇ ਦੇ ਲੋਕ ਖੜੇ ਹੋਣਗੇ ਕਿ ਇਹਨਾਂ ਦਾ ਪ੍ਰਾਈਵੇਟ ਸੈਕਟਰ ਤੋਂ ਸਾਡਾ ਖਹਿੜਾ ਛੁਡਾਇਆ ਜਾਵੇ। ਇੱਕ ਦਿਨ ਇਹ ਖਹਿੜਾ ਜ਼ਰੂਰ ਛੁਡਣਗੇ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ। ਉਦੋਂ ਤੱਕ ਸਾਡਾ ਜਿਹੜਾ ਦੇਸ਼ ਆ, ਸਾਡਾ ਜਿਹੜਾ ਸਰਮਾਇਆ ਉਹ ਲੁੱਟ ਲਿਆ ਜਾਵੇਗਾ ਤੇ ਲੁੱਟ ਕੇ ਜਿਹੜੇ ਆਪਣੇ ਇਹ ਲੋਕ ਨੇ, ਵੱਡੇ ਵੱਡੇ ਕਾਰਪੋਰੇਟ ਘਰਾਣੇ, ਜਿਹੜੇ ਤੁਹਾਡੇ ਨੀਰਵ ਮੋਦੀ ਵਰਗੇ ਹੋਰ ਜਿਹੜੇ ਸਾਰੇ ਲੁੱਟ ਕੇ ਬਾਹਰ ਜਾ ਕੇ ਸੈੱਟ ਹੋ ਜਾਣਗੇ। ਫਿਰ ਉਹਨਾਂ ਨੂੰ ਫੜਨਾ ਵੀ ਬਹੁਤ ਔਖਾ ਹੋ ਜਾਊਗਾ। ਇਸ ਕਰਕੇ ਜਿਹੜੇ ਦੇਸ਼ ਦੇ ਲੋਕ ਨੇ ਉਹਨਾਂ ਨੂੰ ਸੋਚਣ ਦੀ, ਸਮਝਣ ਦੀ ਜ਼ਰੂਰਤ ਆ। ਆਪਣੇ ਜਿਹੜੇ ਦਿਮਾਗ ਦੇ ਕਵਾੜ ਖੋਲ੍ਹਣ ਦੀ ਜ਼ਰੂਰਤ ਆ ਕਿ 2014 ਤੋਂ ਪਹਿਲਾਂ ਇਹ ਲੋਕ ਕੀ ਕਹਿੰਦੇ ਸੀਗੇ, ਅੱਜ ਕੀ ਕਹਿ ਰਹੇ ਨੇ। ਹਾਲਾਂਕਿ ਸੋਸ਼ਲ ਮੀਡੀਆ ਪਰ ਪੈਰਲਲ ਵੀਡੀਓ ਚੱਲ ਰਹੀਆਂ, ਪੁਰਾਣੀਆਂ ਵੀ ਚੱਲਦੀਆਂ, ਹੁਣ ਵੀ ਚੱਲਦੀਆਂ, ਪਰ ਜਦੋਂ ਵੋਟਾਂ ਦਾ ਸਮਾਂ ਆਉਂਦਾ, ਵੋਟ ਪਾਉਣ ਦਾ ਸਮਾਂ ਆਉਂਦਾ, ਤੁਹਾਡੇ ਹੱਥ ਫੈਸਲਾ ਆਉਂਦਾ, ਉਦੋਂ ਤੁਹਾਨੂੰ ਸਹੀ ਫੈਸਲਾ ਲੈਣ ਦੀ ਜ਼ਰੂਰਤ ਆ। ਨਹੀਂ ਤਾਂ ਇੱਕ ਦਿਨ ਉਹ ਹੋਇਆ, ਫਿਰ ਆਪਾਂ ਜਿਹੜੀ ਕਹਾਵਤ ਆ, ਅਬ ਪਛਤਾਇਆ ਕਿਆ ਹੁਆ ਜਬ ਚਿੜੀਆਂ ਚੁੱਗੀ ਖੇਤ। ਸਰ, ਹੁਣ ਪੰਜਾਬ ਦਾ ਰੁਖ ਕਰ ਲਈਏ ਦੇਸ਼ ਤੋਂ ਬਾਅਦ, ਤੇ ਪੰਜਾਬ ਦੇ ਵਿੱਚ ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਤੋਂ ਉਹਨਾਂ ਦੀ ਕੁਰਸੀ ਦੀਆਂ 3 ਲੱਤਾਂ ਨੂੰ ਖਤਰਾ ਮੰਨਿਆ ਜਾ ਰਿਹਾ ਹੈ, ਕਿਉਂਕਿ 40 ਦੇ ਕਰੀਬ ਜਿਹੜੇ ਵਿਧਾਇਕ ਨੇ, ਇਹ ਸਾਹਮਣੇ ਆਈ ਹੈ ਖਬਰ ਕਿ 40 ਦੇ ਕਰੀਬ ਵਿਧਾਇਕਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਚਿੱਠੀ ਲਿਖੀ ਹੈ, ਜਿਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਕਾਇਤ ਲਗਾਈ ਗਈ ਹੈ। ਦੇਖੋ, ਇਹ ਚਿੱਠੀ ਲਿਖਣ ਦਾ ਭਾਵੇਂ ਕਿ ਹੁਣ ਦੁਬਾਰਾ ਲਿਖੀ ਗਈ ਆ, ਪਰ ਆਪਾਂ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਪਹਿਲੀ ਵਾਰੀ ਚਿੱਠੀ ਲਿਖੀ ਆ। ਇਹ ਤੋਂ ਪਹਿਲਾਂ ਵੀ ਜਿਹੜੀਆਂ ਚਿੱਠੀਆਂ ਕਈ ਆਗੂਆਂ ਵੱਲੋਂ ਲਿਖਦਿਆਂ ਰਹੇ ਆ। ਪ੍ਰਤਾਪ ਸਿੰਘ ਬਾਜਵਾ ਲਿਖਦੇ ਰਹੇ, ਸ਼ਮਸ਼ੇਰ ਸਿੰਘ ਦੁੱਲੋਂ ਲਿਖਦੇ ਰਹੇ, ਜਦ ਇਹ ਇਹਨਾਂ ਨੂੰ ਇਹ ਬਾਗੀ ਦੱਸਦੇ ਰਹੇ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਰਾਜਸੀ ਵਿਰੋਧੀ ਦੱਸਦੇ ਰਹੇ। ਪਰ ਹੁਣ ਸੱਤਾ ਦੇ ਵਿੱਚ ਹੀ ਸ਼ਾਮਲ ਲੋਕ ਉਹ ਵੀ ਉਹਨਾਂ ਦਾ ਵਿਰੋਧ ਕਰਨ ਲੱਗੇ। ਅਸਲ ਵਿੱਚ ਗੱਲ ਇਹ ਹੈ ਕਿ 2022 ਦੀਆਂ ਜਿਹੜੀਆਂ ਚੋਣਾਂ ਉਹ ਸਾਹਮਣੇ ਦਿਖ ਰਹੀਆਂ। 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਹੁਤ ਜ਼ਿਆਦਾ ਵਾਅਦੇ ਕੀਤੇ ਸੀਗੇ, ਉਹ ਵਾਅਦੇ ਹੁਣ ਪੂਰੇ ਨਹੀਂ ਹੋਏ। ਪੰਜਾਬ ਦੇ ਲੋਕ ਸਵਾਲ ਖੜੇ ਕਰ ਰਹੇ ਨੇ, ਲੋਕ ਸਵਾਲ ਪੁੱਛ ਰਹੇ ਨੇ ਕਿ ਤੁਸੀਂ ਕੀਤਾ ਕੀ। ਇਸ ਕਰਕੇ ਸਿਆਸੀ ਆਗੂਆਂ ਨੂੰ ਇਹ ਲੱਗ ਰਿਹਾ ਕਿ ਉਹਨਾਂ ਦੀ ਜਿਹੜੀ ਸੱਤਾ ਉਹ ਖੁੱਸ ਸਕਦੀ ਆ। ਤੇ ਦੂਜੀ ਗੱਲ, ਇਹ ਸਭ ਤੋਂ ਵੱਡੀ ਗੱਲ ਸਮਝ ਇਹ ਆ ਰਹੀ ਆ ਕਿ ਜਿਹੜੇ ਆਪਣੇ ਪੰਜਾਬ ਕਾਂਗਰਸ ਮਾਮਲੇ ਦੇ ਇੰਚਾਰਜ ਨੇ ਹਰੀਸ਼ ਰਾਵਤ, ਤੁਹਾਡੇ ਯਾਦ ਹੋਣਾ, ਉਹਨਾਂ ਨੇ ਇੱਕ ਵਾਰੀ ਇਹ ਬਿਆਨ ਦਿੱਤਾ ਸੀਗਾ ਕਿ ਅਗਲੇ ਜਿਹੜੇ ਇਲੈਕਸ਼ਨ ਆ ਉਹ ਵੀ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੇ ਜਾਣਗੇ। ਜਿਹੜੀ ਇਹ ਬਿਆਨ ਤਾਂ ਇਹ ਗੱਲ ਆ ਜਿਹੜੀ ਪੰਜਾਬ ਦੇ ਬਹੁਤੇ ਕਾਂਗਰਸੀਆਂ ਨੂੰ, ਐਮਐਲਏਆਂ ਨੂੰ, ਵਿਧਾਇਕਾਂ ਨੂੰ, ਮੰਤਰੀਆਂ ਨੂੰ ਇਹ ਗਵਾਰਾ ਨਹੀਂ ਲੱਗਿਆ, ਉਹਨਾਂ ਨੂੰ ਇਹ ਚੰਗਾ ਨਹੀਂ ਲੱਗਿਆ ਤੇ ਉਹਨਾਂ ਨੇ ਵਿਰੋਧ ਕੀਤਾ, ਭਾਵੇਂ ਕਿ ਉਹਨਾਂ ਨੇ ਇਹ ਫੈਸਲਾ ਵਾਪਸੀ ਲੈ ਲਿਆ। ਅੱਜ ਕਿਆ ਹੋ ਰਹੀ ਹੈ ਕਿ ਸਰਕਾਰ ਅਤੇ ਸੰਗਠਨ ਦੇ ਵਿੱਚ ਕੋਈ ਤਾਲਮੇਲ ਨਹੀਂ ਹੈਗਾ। ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਰ ਗੱਲ ਕਰਦੇ ਨੇ, ਕੈਪਟਨ ਅਮਰਿੰਦਰ ਸਿੰਘ ਹੋਰ ਗੱਲ ਕਰਦੇ ਨੇ। ਕੋਈ ਇਹਨਾਂ ਦੇ ਵਿੱਚ ਸਾਂਝ ਨਹੀਂ, ਕੋਈ ਤਾਲਮੇਲ ਨਹੀਂ, ਜਿਸ ਕਰਕੇ ਅੱਡੋ ਅੱਡ ਗੱਲ ਚੱਲ ਰਹੀ ਆ। ਨਵਜੋਤ ਸਿੱਧੂ ਦਾ ਬਹੁਤ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਬਹੁਤ ਐਗਰੈਸਿਵ ਜਿਹੜਾ ਐਕਸ਼ਨ ਦੇਖਣ ਨੂੰ ਮਿਲਦਾ, ਉਹ ਐਗਰੈਸਿਵ ਮੂਡ ਦੇ ਵਿੱਚ ਰਹਿੰਦੇ ਨੇ। ਇਸ ਕਰਕੇ ਹੁਣ ਇਹ ਗੱਲ ਚੱਲ ਰਹੀ ਆ ਕਿ ਜਿਹੜੇ ਵਿਧਾਇਕ ਆ ਉਹਨਾਂ ਨੇ ਇਹ ਚਿੱਠੀ ਲਿਖੀ ਆ ਕਿ ਜਿਹੜੀ CLP ਦੀ ਮੀਟਿੰਗ ਆ ਉਹ ਬੁਲਾਈ ਜਾਣੀ ਚਾਹੀਦੀ ਆ, ਤਾਂ ਖਾਸ ਕਰਕੇ ਜਿਹੜੇ 2 ਅਬਜ਼ਰਵਰ ਨੇ ਉਹ ਵੀ ਕੇਂਦਰੀ ਅਬਜ਼ਰਵਰ ਲਾਏ ਜਾਣ, ਤਾਂ ਕਿ ਸਾਰੇ ਵਿਧਾਇਕ ਆਗੂ ਆਪਣੀ ਖੁੱਲ੍ਹ ਕੇ ਗੱਲ ਕਰ ਸਕਣ। ਜੇ CLP ਦੀ ਮੀਟਿੰਗ ਹੁੰਦੀ ਆ, 22 ਦੀ ਜੇ ਮੀਟਿੰਗ ਹੋ ਜਾਂਦੀ ਆ, ਤਾਂ ਉਹਦੇ ਵਿੱਚ ਨਵਾਂ CLP ਦਾ ਲੀਡਰ ਵੀ ਚੁਣਿਆ ਜਾ ਸਕਦਾ। ਜੇ ਨਵਾਂ CLP ਦਾ ਲੀਡਰ ਚੁਣਿਆ ਗਿਆ ਤਾਂ ਸਮਝ ਲਓ ਕੈਪਟਨ ਅਮਰਿੰਦਰ ਸਿੰਘ ਦੀ ਛੁੱਟੀ ਹੋ ਸਕਦੀ ਆ, ਪਰ ਇਹ ਬਹੁਤ ਔਖਾ ਕੰਮ ਆ। ਠੀਕ ਆ, ਕਾਂਗਰਸ ਹਾਈ ਕਮਾਂਡ CLP ਦੀ ਲੀਡਰ ਮੀਟਿੰਗ ਬੁਲਾਉਣ ਦੇ ਅਧਿਕਾਰ ਦਿੰਦੀ ਆ ਜਾਂ ਨਹੀਂ ਦਿੰਦੀ, ਇਹ ਇੱਕ ਦੇਖਣ ਵਾਲੀ ਗੱਲ ਹੋ ਗਈ। ਦੂਜੀ ਗੱਲ, ਕਮਲ, ਕਾਨੂੰਨੀ ਤੌਰ ਤੇ ਜਿੰਨੇ ਵੀ MLA ਆ ਇਹ ਖੁਦ ਵੀ ਲਿਖ ਕੇ ਆਪਣੀ CLP ਦੀ ਮੀਟਿੰਗ ਬੁਲਾ ਸਕਦੇ ਆ ਜਾਂ ਖੁੱਲ੍ਹ ਲਿਖ ਕੇ ਦੇ ਦਿੰਦਾ। ਜੇ ਮੰਨ ਲਓ 40 ਵਿਧਾਇਕ ਇਹੀ ਚਿੱਠੀ ਲਿਖ ਕੇ ਆਪਣੇ ਵਿਧਾਨ ਸਭਾ ਦੇ ਸਪੀਕਰ ਨੂੰ ਦੇ ਦੇਣ ਕਿ ਸਾਨੂੰ ਮੁੱਖ ਮੰਤਰੀ 'ਤੇ ਵਿਸ਼ਵਾਸ ਨਹੀਂ, ਇਹਦਾ ਜਿਹੜਾ ਟੈਸਟ ਆ ਕਰਾਇਆ ਜਾਵੇ ਵਿਧਾਨ ਸਭਾ ਦੇ ਵਿੱਚ, ਫਲੋਰ ਟੈਸਟ ਕਰਾਇਆ ਜਾਵੇ। ਜੇ ਫਲੋਰ ਟੈਸਟ ਉੱਥੇ ਹੁੰਦਾ, ਉੱਥੇ ਬਹੁਤ ਵੱਡੀ ਜਿਹੜੀ ਬੇਇੱਜ਼ਤੀ ਆ ਉਹ ਕੈਪਟਨ ਅਮਰਿੰਦਰ ਸਿੰਘ ਦੀ ਜਾਂ ਪੰਜਾਬ ਦੇ ਮੁੱਖ ਮੰਤਰੀ ਦੀ ਹੋ ਸਕਦੀ ਆ ਕਿ ਉੱਥੇ ਕੁਝ ਵੀ ਰਿਜ਼ਲਟ ਆ ਜਿਹੜੇ ਸਾਹਮਣੇ ਆ ਸਕਦਾ। ਤੁਹਾਡੇ ਸਾਹਮਣੇ ਆ, ਜੇ ਪਿਛਲੇ ਦਿਨਾਂ ਦੇ ਵਿੱਚ ਹੁਣ ਜਦੋਂ ਵਿਧਾਨ ਸਭਾ ਦਾ 1 ਦਿਨ ਦਾ ਵਿਸ਼ੇਸ਼ ਇਜਲਾਸ ਹੋਇਆ ਤਾਂ ਕਾਂਗਰਸ ਪਾਰਟੀ ਨੇ ਤੇ ਆਮ ਆਦਮੀ ਪਾਰਟੀ ਨੇ ਸਪੈਸ਼ਲ ਆ ਜਿਹੜਾ ਵਿਪ ਜਾਰੀ ਕੀਤਾ ਸੀਗਾ। ਹਾਲਾਂਕਿ ਵਿਪ ਜਾਰੀ ਦੀ ਕੋਈ ਲੋੜ ਨਹੀਂ ਸੀ, ਉਹ ਵਿਸ਼ੇਸ਼ ਇਜਲਾਸ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਨੂੰ ਸਮਰਪਿਤ ਸੀਗਾ, ਉੱਥੇ ਉਹਨਾਂ ਦੇ 400 ਸਾਲਾਂ ਨੂੰ ਸਮਰਪਿਤ ਸੀਗਾ, ਉਹ ਗੱਲਾਂ ਹੋਣੀਆਂ ਤੀਆਂ। ਪਰ ਕਿਤੇ ਨਾ ਕਿਤੇ ਇਹ ਗੱਲ ਚੱਲ ਰਹੀ ਸੀਗੀ ਕਿ ਉੱਥੇ ਕੋਈ ਮੁੱਖ ਮੰਤਰੀ ਦੇ ਖਿਲਾਫ ਕੋਈ ਮਤਾ ਆ ਸਕਦਾ ਜਾਂ ਕੋਈ ਨੋਟਿਸ ਆ ਸਕਦਾ, ਪਰ ਇਹ ਸੰਭਾਵਨਾ ਨਹੀਂ ਸੀ ਕਿ ਮੁੱਖ ਮੰਤਰੀ ਨੂੰ ਅਹੁਦੇ ਤੇ ਹਟਾਉਣ ਵਾਸਤੇ ਕੋਈ ਚਿੱਠੀ ਆ ਸਕੇ। ਇਸੇ ਕਰਕੇ ਹੁਣ ਜੇ 40 ਦੇ ਕਰੀਬ ਵਿਧਾਇਕ ਆ ਜਾਂ 50 ਵਿਧਾਇਕ
ਸਪੀਕਰ ਸਾਹਿਬ ਨੂੰ ਲਿਖ ਕੇ ਦੇ ਦੇਣ ਕਿ ਸਾਡੀ ਇਹ ਮੰਗ ਆ ਕਿ ਸਾਨੂੰ ਨਾ ਪਰ ਅਧਿਕਾਰ ਨਹੀਂ ਰਿਹਾ, ਭਰੋਸਾ ਨਹੀਂ ਰਿਹਾ, ਵਿਸ਼ਵਾਸ ਨਹੀਂ ਰਿਹਾ, ਤਾਂ ਵੀ ਇਹਦਾ ਫਲੋ ਟੈਸਟ ਕਰਾਇਆ ਜਾਵੇ, ਤਾਂ ਸਪੀਕਰ ਸਾਹਿਬ ਦੀ ਬਹੁਤ ਵੱਡੀ ਮਜਬੂਰੀ ਹੋਵੇਗੀ ਕਿ ਪਾਰਟੀ ਦੇ ਅੰਦਰ ਇਹ ਜਿਹੜੀ ਰਿਵੋਲਟ ਹੋ ਗਿਆ, ਬਗਾਵਤ ਹੋ ਗਈ, ਗੁੱਟਬੰਦੀ ਹੋ ਗਈ, ਉਹਨਾਂ ਨੂੰ ਫਲੋ ਟੈਸਟ ਉੱਥੇ ਕਰਾਉਣਾ ਪਵੇਗਾ। ਨਾਲ ਦੀ ਨਾਲ ਜਿਹੜੀਆਂ ਦੂਜੀਆਂ ਵਿਰੋਧੀ ਪਾਰਟੀਆਂ, ਆਮ ਆਦਮੀ ਪਾਰਟੀ, ਅਕਾਲੀ ਦਲ ਜਾਂ ਬੀਜੇਪੀ ਆ, ਜਿਹੜੇ ਕਿ ਉਹਨਾਂ ਨੂੰ ਵੀ ਇੱਕ ਸਰਕਾਰ ਦੇ ਪਰ ਬਹੁਤ ਵੱਡਾ ਮੌਕਾ ਖੜਾ ਹੋਵੇਗਾ। ਪਰ ਕਿਤੇ ਨਾ ਕਿਤੇ ਇਹਦੇ 'ਚ ਜਿਹੜੀ ਪਾਰਟੀ ਹਾਈ ਕਮਾਂਡ ਆ ਉਹ ਸਿੱਧੀ ਦਖਲਅੰਦਾਜ਼ੀ ਨਹੀਂ ਕਰਦੀ, ਜਾਂ ਉਹ ਉਹਨਾਂ ਨੂੰ ਇਜਾਜ਼ਤ ਨਹੀਂ ਦੇਵੇਗੀ, ਜਾਂ ਪਾਰਟੀ ਦੇ ਵਿਧਾਇਕ ਆ ਜਿਹੜੇ ਉਹ ਸਿੱਧਾ ਉਹਨਾਂ ਦੇ ਖਿਲਾਫ ਮਤਾ ਨਹੀਂ ਲੈ ਕੇ ਆ ਸਕਦੇ। ਉਹਨੂੰ ਇੱਕ ਵੱਡੇ ਜਿਹੜਾ ਮੇਜਰ ਕਾਰਨ ਇਹ ਆ ਕਿ ਜੇ ਮੁੱਖ ਮੰਤਰੀ ਨੂੰ ਇਹ ਗੱਲ ਲੱਗਿਆ ਕਿ ਮੇਰੀ ਹੁਣ ਕੁਰਸੀ ਜਾ ਰਹੀ ਆ, ਵੀ ਮੈਂ ਹੁਣ ਖਤਰੇ ਦੇ ਵਿੱਚ ਹੈਗਾ, ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗਵਰਨਰ ਨੂੰ ਜਾ ਕੇ ਇੱਕ ਚਿੱਠੀ ਵੀ ਦੇ ਸਕਦੇ ਆ ਕਿ ਮੇਰੀ ਆਪਣੀ ਜਿਹੜੀ ਸਰਕਾਰ ਆ ਇਹਨੂੰ ਭੰਗ ਕਰਦਾ। ਜੇ ਸਰਕਾਰ ਭੰਗ ਕਰਤੀ ਫਿਰ ਉਹ ਗੱਲ ਹੋਊਗੀ ਨਾ ਖੇਡਣਾ ਨਾ ਖੇਡਣ ਦੇਣਾ, ਤਾਂ ਫਿਰ ਇਹਨਾਂ ਦੀ ਜਿਹੜੀ ਗੇਮ ਆ ਉਹ ਵੀ ਵਿਗੜ ਜਾਊਗੀ। ਫਿਰ ਰਾਸ਼ਟਰਪਤੀ ਰਾਜ ਜਿੰਨੀ ਦੇਰ ਤੱਕ ਨਵੀਂ ਚੋਣਾਂ ਨਹੀਂ ਹੁੰਦੀਆਂ ਤਾਂ ਉਨੀ ਦੇਰ ਤੱਕ ਰਾਸ਼ਟਰਪਤੀ ਰਾਜ ਲੱਗ ਜਾਵੇਗਾ। ਇਹ ਗੱਲ ਬੀਜੇਪੀ ਚਾਹੁੰਦੀ ਆ, ਇਹ ਗੱਲ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਚਾਹੁੰਦੀ ਆ, ਭਾਰਤ ਸਰਕਾਰ ਚਾਹੁੰਦੀ ਆ ਕਿ ਸਾਡਾ ਸਿੱਧੇ ਤੌਰ 'ਤੇ ਪੰਜਾਬ ਦੇ ਉੱਪਰ ਜਿਹੜਾ ਰਾਜ ਭਾਗ ਹੋਵੇ, ਉਹਨਾਂ ਦੀ ਜਿਹੜੀ ਸ਼ਕਤੀ ਆ ਉੱਥੇ ਉਹਨਾਂ ਨੂੰ ਮਿਲੇ ਅਤੇ ਉਹ ਚੱਲਣ ਅਧਿਕਾਰ ਉਹਨਾਂ ਨੂੰ ਮਿਲ ਜਾਵੇ। ਇਸ ਕਰਕੇ ਇਹ ਪੰਜਾਬ ਦੇ ਵਿਧਾਇਕਾਂ ਨੂੰ ਵੀ ਪਤਾ ਹੈ ਕਿ ਉਹ ਸਿੱਧਾ ਉਸ ਪਾਸੇ ਨਹੀਂ ਜਾਣਾ ਚਾਹੁੰਦੇ, ਇਹ ਹਾਈ ਕਮਾਂਡ ਦੇ ਥਰੂ ਹੀ ਕੰਮ ਕਰਾਉਣਾ ਚਾਹੁੰਦੇ। ਇੱਕ ਤਰ੍ਹਾਂ ਦੇ ਨਾਲ ਮੈਨੂੰ ਲੱਗ ਰਿਹਾ ਇਹ ਜਿਹੜੀ ਪ੍ਰੈਸ਼ਰਾਈਜ਼ ਦੀ ਜਿਹੜੀ ਰਾਜਨੀਤੀ ਆ, ਦਬਾਅ ਦੀ ਰਾਜਨੀਤੀ ਆ ਜਿਹੜੀ ਉਹ ਚੱਲ ਰਹੀ ਆ, ਜਿਹੜੇ ਇਹ ਵਿਧਾਇਕਾਂ ਨੇ ਸ਼ੁਰੂ ਕੀਤੀ ਆ। ਕਿਉਂਕਿ ਤੁਹਾਡੇ ਯਾਦ ਹੋਊਗਾ ਇੱਕ ਮੁੱਖ ਮੰਤਰੀ ਸਾਹਿਬ ਨੇ ਕਾਂਗਰਸ ਦੇ ਜਿਹੜੇ ਅਹੁਦੇਦਾਰ ਨੇ, 4 ਕਾਰਜਕਾਰੀ ਪ੍ਰਧਾਨ, ਨਵਜੋਤ ਸਿੱਧੂ ਪ੍ਰਧਾਨ, ਅਤੇ ਜਿਹੜੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਆ ਆਪਣੇ ਪ੍ਰਗਟ ਸਿੰਘ, ਇਹਨਾਂ ਤੋਂ ਇਲਾਵਾ 3 ਮੰਤਰੀ, ਜਿਹਦੇ ਵਿੱਚ ਬ੍ਰਹਮ ਮਹਿੰਦਰਾ, ਮਨਪ੍ਰੀਤ ਬਾਦਲ ਅਤੇ ਬੀਬੀ ਅਰੁਣਾ ਚੌਧਰੀ ਅਤੇ ਕੈਪਟਨ ਅਮਰਿੰਦਰ ਸਿੰਘ, ਇਹਨਾਂ ਦੇ ਆਧਾਰ 'ਤੇ ਇੱਕ ਕਮੇਟੀ ਬਣਾਈ ਸੀ, 10 ਮੈਂਬਰੀ ਕਮੇਟੀ, ਕਿ ਜਿਹੜੀ ਦੋਨੇ ਪਾਸੇ ਤਾਲਮੇਲ ਬਣਾ ਕੇ ਚੱਲੂਗੀ। ਸਰਕਾਰ ਦੇ ਜਿਹੜੇ ਕੰਮ ਨੇ, ਜੋ ਵਾਅਦੇ ਕੀਤੇ ਨੇ, ਉਹਨਾਂ ਨੂੰ ਇੰਪਲੀਮੈਂਟ ਕਰਨਾ। ਹਰ ਹਫ਼ਤੇ ਮੀਟਿੰਗ ਹੋਈ, ਇੱਕ ਮੀਟਿੰਗ ਕਰਨ ਵਾਸਤੇ ਚਿੱਠੀ ਕੱਢੀ ਗਈ, ਪਰ ਉਹ ਮੀਟਿੰਗ ਆ ਜਿਹੜੀ ਮੁਲਤਵੀ ਹੋ ਗਈ, ਉਹ ਹੋਈ ਨਹੀਂ। 20 ਅਗਸਤ ਨੂੰ ਇਹ ਕਮੇਟੀ ਬਣਾਈ ਸੀਗੀ, ਅੱਜ ਤੱਕ ਹੁਣ ਇਹ 4 ਦਿਨ ਰਹਿ ਗਏ ਮਹੀਨਾ ਪੂਰਾ ਹੋਣ ਨੂੰ, ਪਰ ਮੈਨੂੰ ਨਹੀਂ ਲੱਗਦਾ ਕਿ 4 ਦਿਨਾਂ 'ਚ ਹੋ ਵੀ ਸਕਦੀਆਂ ਮੀਟਿੰਗ, ਪਰ ਇੰਨੇ ਦਿਨਾਂ ਦੇ ਵਿੱਚ ਇਹ ਕੋਈ ਮੀਟਿੰਗ ਨਹੀਂ ਕਰ ਸਕੇ। ਦੂਜੇ ਪਾਸੇ ਕਾਂਗਰਸ ਭਵਨ ਦੇ ਵਿੱਚ ਜਿਹੜੇ ਮੰਤਰੀ ਸ਼ਿਕਾਇਤਾਂ ਸੁਣਦੇ ਸੀਗੇ, ਉਹਦੇ ਪੈਰਲਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਅਧਿਕਾਰ ਮਜ਼ਬੂਤ ਕਰਨ ਵਾਸਤੇ, ਆਪਣੀ ਜਿਹੜੀ ਹੱਥ ਹੋਰ ਮਜ਼ਬੂਤ ਕਰਨ ਵਾਸਤੇ ਲਾਲ ਸਿੰਘ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਤੀ, ਜਿਹੜੀ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਬੈਠ ਕੇ ਪੋਲੀਟੀਕਲ ਮਸਲੇ ਆ, ਜਿਹੜੇ ਸਿਆਸੀ ਮਸਲੇ ਆ, ਉਹ ਕਰ ਰਿਹਾ। ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਜਿਹੜੇ ਨਵਜੋਤ ਸਿੱਧੂ ਨੂੰ ਸਿੱਧੀ ਚੁਣੌਤੀ ਦਿੰਦੇ ਹੋਏ ਉਹ ਕਮੇਟੀ ਗਠਿਤ ਕੀਤੀ ਆ, ਤਾਂ ਕਿ ਜਿਹੜੇ ਕਾਂਗਰਸ ਦੇ ਲੋਕ ਨੇ ਉਹ ਸਿੱਧਾ ਮੁੱਖ ਮੰਤਰੀ ਦੀ ਕੋਠੀ ਵਿੱਚ ਪਹੁੰਚਣ, ਲਾਲ ਸਿੰਘ ਦੇ ਰਾਹੀਂ ਆਪਣੇ ਕੰਮ ਕਰਾਉਣ। ਇਹ ਇੱਕ ਤਰ੍ਹਾਂ ਦਾ ਦੋਵੇਂ ਧਿਰਾਂ ਦੇ ਵਿੱਚ ਜਿਹੜਾ ਸ਼ਕਤੀ ਪ੍ਰਦਰਸ਼ਨ ਆ ਉਹ ਉਸ ਪਾਸੇ ਵੱਲ ਲੱਗਿਆ ਹੋਇਆ। ਦੋਵੇਂ ਧਿਰਾਂ ਜਿਹੜੀਆਂ ਸ਼ਕਤੀ ਪ੍ਰਦਰਸ਼ਨ ਕਰਿਆ, ਇਸ ਕਰਕੇ ਲੱਗ ਰਿਹਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਹੁਣ ਜਿਹੜੇ ਮਾਝੇ ਦੇ ਜਰਨੈਲ ਕਹਾਉਂਦੇ ਨੇ ਆਪਣੇ ਆਪ ਨੂੰ, ਮਾਝਾ ਬ੍ਰਿਗੇਡ ਕਹਾ ਰਹੇ ਨੇ, ਤੁਹਾਡੇ ਸੁਖਜਿੰਦਰ ਰੰਧਾਵਾ, ਸੁਖ ਸਰਕਾਰੀਆ, ਉਹਨਾਂ ਨੂੰ ਕਿਤੇ ਨਾ ਕਿਤੇ ਡਾਊਨ ਕੀਤਾ ਜਾ ਰਿਹਾ। ਉਹਦੇ ਮੁਕਾਬਲੇ ਜਿਹੜੇ ਪ੍ਰਤਾਪ ਸਿੰਘ ਬਾਜਵਾ, ਫਤਿਹ ਜੰਗ ਸਿੰਘ ਬਾਜਵਾ, ਉਹਨਾਂ ਨੂੰ ਅਪ ਕੀਤਾ ਜਾ ਰਿਹਾ। ਇਹ ਗੱਲ ਆ ਜਿਹੜੀ ਉਹਨਾਂ ਆਗੂਆਂ ਨੂੰ, ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੱਜੀ ਬਾਂਹ ਕਰਕੇ ਚੱਲਦੇ ਰਹੇ, ਉਹ ਆਪਣੇ ਆਪ ਨੂੰ ਹੁਣ ਉਹ ਠੱਗਿਆ ਮਹਿਸੂਸ ਕਰ ਰਿਹਾ। ਅੱਜ ਫਿਰ ਫਤਿਹ ਜੰਗ ਬਾਜਵਾ ਦਾ ਜਿਹੜਾ ਮੁੰਡਾ ਹੈ ਕੰਵਰ ਪ੍ਰਤਾਪ ਸਿੰਘ, ਉਹਨੂੰ ਜੱਟ ਮਹਾਸਭਾ ਦੇ ਯੂਥ ਵਿੰਗ ਦਾ ਪ੍ਰਧਾਨ ਬਣਾ ਦਿੱਤਾ ਗਿਆ। ਜਾਣੀ ਕਿ ਉਹਨਾਂ ਦੀ ਪਹਿਲਾਂ ਬੇਟੀ ਆ ਫਤਿਹ ਜੰਗ ਸਿੰਘ ਬਾਜਵਾ ਦੀ, ਉਹਨਾਂ ਨੂੰ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਵਿੱਚ ਐਡਜਸਟ ਕੀਤਾ ਹੋਇਆ। ਜਾਣੀ ਕਿ ਇੱਕ ਪਰਿਵਾਰ ਆ, ਜਿਹੜੇ ਰਾਜਸੀ ਪਰਿਵਾਰ ਆ, ਉਹਨਾਂ ਦੇ ਧੀਆਂ ਪੁੱਤਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ। ਇਹ ਤਾਂ ਠੀਕ ਆ, DSP ਨੂੰ ਨੌਕਰੀ ਦਿੱਤੀ ਜਾ ਰਹੀ ਸੀ, ਰੌਲਾ ਪੈ ਗਿਆ, ਸੋਸ਼ਲ ਮੀਡੀਆ ਪਰ ਵਿਰੋਧ ਹੋਇਆ, ਰਾਜਸੀ ਪਾਰਟੀਆਂ ਨੇ ਮੁੱਦਾ ਚੁੱਕ ਲਿਆ। ਉਹ DSP ਬਣਦਾ ਮੋਢੇ ਤੇ ਸਤਾਰ ਲੱਗਦਾ ਵਿਚਾਰੇ ਦਾ ਉਤਰ ਗਿਆ, ਰਹਿ ਗਿਆ। ਠੀਕ ਆ, ਬਹੁਤ ਸਾਰੇ ਹੋਰ ਜਿਹੜੇ MLA ਨੇ, ਮੰਤਰੀ ਨੇ, ਜਿਨ੍ਹਾਂ ਦੇ ਧੀਆਂ ਪੁੱਤਾਂ ਨੂੰ ਰੁਜ਼ਗਾਰ ਮਿਲਿਆ ਸਿੱਧੇ ਤੌਰ 'ਤੇ, ਜਾਂ ਉਹਦੇ ਰਿਸ਼ਤੇਦਾਰ ਐਡਜਸਟ ਹੋਏ, ਉਹ ਸਾਹਮਣੇ ਨਹੀਂ ਆ ਰਹੇ। ਇੱਦਾਂ ਹੀ ਉਹ ਗੱਲਾਂ ਜਿਹੜੀਆਂ ਹੌਲੀ ਲੋਕਾਂ ਦੇ ਸਾਹਮਣੇ ਆਉਣਗੀਆਂ। ਪਰ ਕਿਤੇ ਨਾ ਕਿਤੇ ਮੈਨੂੰ ਇਹੀ ਗੱਲ ਲੱਗ ਰਹੀ ਆ ਕਿ ਜਿਹੜੀ ਇਹ ਚਿੱਠੀ ਲਿਖਣੀ ਆ ਜਾਂ ਹਾਈ ਕਮਾਂਡ ਪਰ ਦਬਾਅ ਬਣਾਇਆ ਜਾ ਰਿਹਾ,
ਇਹ ਸਿਰਫ ਤੇ ਸਿਰਫ ਪ੍ਰੈਸ਼ਰਾਈਜ਼ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੂੰ ਦਬਾਅ ਬਣਾਉਣ ਦੀ ਰਾਜਨੀਤੀ ਆ। ਇਹ ਤੇ ਉੱਪਰ ਕੁਝ ਨਹੀਂ ਹੋਣਾ। ਬਾਕੀ ਹਾਈ ਕਮਾਂਡ ਕਿਆ ਫੈਸਲਾ ਲੈਂਦੀ ਆ ਇਹ ਆਉਣ ਵਾਲਾ ਸਮਾਂ ਦੱਸੇਗਾ। ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਲਈ। ਇਹ ਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ, ਜਿਨ੍ਹਾਂ ਦੇ ਨਾਲ ਅਸੀਂ ਉਸ ਸ਼ਖਸ ਦੀ ਗੱਲਬਾਤ ਕੀਤੀ ਜੋ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਇਹ ਕਹਿੰਦੇ ਸੀ ਕਿ ਨਾ ਵੇਚਾਂਗਾ ਤੇ ਨਾ ਵਿਕਣ ਦੇਵਾਂਗਾ, ਯਾਨੀ ਕਿ ਦੇਸ਼ ਦੀ ਸੰਪत्ति ਜਿਹੜੀ ਹੈ ਸਰਕਾਰ ਦੇ ਅਧਿਕਾਰ 'ਚ ਰਹੇਗੀ। ਪਰ ਜਦੋਂ ਪ੍ਰਧਾਨ ਮੰਤਰੀ ਬਣੇ ਨੇ 2014 ਤੋਂ ਲੈ ਕੇ ਹੁਣ ਤੱਕ ਇੱਕ ਇੱਕ ਕਰਕੇ ਦੇਸ਼ ਦੀ ਜਿਹੜੀ ਪ੍ਰਾਪਰਟੀ ਆ ਉਹ ਪ੍ਰਾਈਵੇਟ ਘਰਾਣਿਆਂ ਨੂੰ ਸੌਂਪੀ ਜਾ ਰਹੀ ਆ, ਵਿਦੇਸ਼ਾਂ ਨੂੰ ਸੌਂਪੀ ਜਾ ਰਹੀ ਆ, ਵਿਦੇਸ਼ਾਂ ਦੇ ਅਧਿਕਾਰ ਖੇਤਰ ਦੇ ਵਿੱਚ ਦਿੱਤੀ ਜਾ ਰਹੀ ਆ। ਔਰ ਇਸੇ ਦੀ ਉਦਾਹਰਣ ਕੱਲ ਕੇਂਦਰੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਲਿਆ ਗਿਆ ਕਿ ਟੈਲੀਕਾਮ ਖੇਤਰ ਜਿਹੜਾ ਉਸ ਦੇ ਵਿੱਚ 100% ਯਾਨੀ ਕਿ ਪੂਰੀ ਇੰਟਰਫੇਰੈਂਸ, ਪੂਰਾ ਅਧਿਕਾਰ ਵਿਦੇਸ਼ੀ ਟੈਲੀਕਾਮ ਕੰਪਨੀਆਂ ਨੂੰ ਜਿਹੜਾ ਹੈ ਦੇਣ ਦਾ ਫੈਸਲਾ ਲਿਆ ਗਿਆ। ਔਰ ਨਾਲ ਹੀ ਗੱਲਬਾਤ ਕੀਤੀ ਹੈ ਕਿ ਪੰਜਾਬ ਦੇ ਵਿੱਚ 40 ਜਿਹੜੇ ਕਾਂਗਰਸੀ ਵਿਧਾਇਕ ਨੇ ਉਹਨਾਂ ਨੇ ਇੱਕ ਵਾਰ ਫਿਰ ਹਾਈ ਕਮਾਨ ਨੂੰ ਚਿੱਠੀ ਲਿਖੀ ਹੈ ਔਰ ਚਿੱਠੀ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਸ਼ਿਕਾਇਤਾਂ ਲਿਖੀਆਂ ਨੇ। ਕੀ ਲਿਖਿਆ ਹੈ, ਕੀ ਇਸ ਚਿੱਠੀ ਦੇ ਮਾਇਨੇ ਨੇ, ਵਿਸਥਾਰਪੂਰਵਕ ਤੁਹਾਡੇ ਰੂਬਰੂ ਕੀਤਾ ਹੈ। ਔਰ ਸਪੈਸ਼ਲ ਰਿਪੋਰਟ ਦੇ ਵਿੱਚ ਫਿਲਹਾਲ ਅਜੇ ਨਹੀਂ, ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਸੀਂ ਵੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।